ਪੰਜਾਬੀ ਹੈਸ਼ਟੈਗ ਟੀਵੀ ਨਾਲ ਜੁੜ ਚੁੱਕੇ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਹਰਪ੍ਰੀਤ ਸਿੰਘ ਵੱਲੋਂ ਅੱਜ ਦੇ ਨਜ਼ਰੀਆ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ, ਜੀ ਆਇਆਂ। ਸੰਸਾਰ ਦੇ ਵਿੱਚ ਰੋਜ਼ਾਨਾ ਅਨੇਕਾਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ 'ਤੇ ਸਮਾਜਿਕ ਦੀ ਪ੍ਰਤੀਕਿਰਿਆ ਆਉਣ ਤੋਂ ਬਾਅਦ ਉਹਨਾਂ ਮਸਲਿਆਂ ਦਾ ਹੱਲ ਕੱਢਣ ਦੀ ਤੁਰੰਤ ਕੋਸ਼ਿਸ਼ ਕੀਤੀ ਜਾਂਦੀ ਆ ਅਤੇ ਹੱਲ ਕੱਢ ਵੀ ਲੈ ਜਾਂਦੇ ਨੇ। ਉਹਨਾਂ ਮਸਲਿਆਂ ਨਾਲ ਜੁੜੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਨੇ ਅਤੇ ਨਾਲ ਹੀ ਜਿਹੜੀਆਂ ਸੰਸਥਾਵਾਂ ਦੇ ਵਿੱਚੋਂ ਕਿਸੇ ਵਿਅਕਤੀ ਨੇ ਉਹ ਗਲਤੀ ਕਰਕੇ ਉਸ ਕੰਮ ਨੂੰ ਕੀਤਾ ਹੁੰਦਾ, ਉਸ ਸੰਸਥਾਵਾਂ ਦੇ ਮੁਖੀ, ਉਸ ਸੰਸਥਾਵਾਂ ਦੇ ਜ਼ਿੰਮੇਵਾਰ ਅਹੁਦੇਦਾਰ ਅਖਲਾਕੀ ਤੌਰ 'ਤੇ ਉਹਨੂੰ ਆਪਣੀ ਜ਼ਿੰਮੇਵਾਰੀ ਵਜੋਂ ਕਬੂਲਦੇ ਨੇ ਅਤੇ ਕਬੂਲਣ ਤੋਂ ਬਾਅਦ ਉਹ ਉਹਨਾਂ ਗਲਤੀਆਂ ਤੋਂ ਸਿੱਖਦੇ ਨੇ। ਸਿੱਖਣ ਤੋਂ ਬਾਅਦ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਅੱਗੇ ਤੋਂ ਅਜਿਹੀਆਂ ਗਲਤੀਆਂ ਨਾ ਦੁਹਰਾਈਆਂ ਜਾਣ। ਅਤੇ ਜੇਕਰ ਉਹ ਮਸਲੇ ਕੌਮੀ ਮਸਲੇ ਹੋਣ ਤਾਂ ਸੰਸਥਾਵਾਂ ਦੇ ਆਗੂ ਅੱਗੇ ਤੋਂ ਸੁਚੇਤ ਹੋ ਕੇ ਚੱਲਣ ਦਾ ਤਹੱਈਆ ਕਰਦੇ ਨੇ, ਤਾਂ ਲੋਕਾਂ ਨੂੰ ਦੱਸਦੇ ਨੇ ਕਿ ਅਸੀਂ ਅੱਗੇ ਤੋਂ ਹੋਰ ਸਾਵਧਾਨ ਹੋ ਗਏ ਹਾਂ। ਇਸ ਦੇ ਨਾਲ ਹੀ ਜਿਹੜੀਆਂ ਸੰਸਥਾਵਾਂ ਦਾ ਸਿੱਧੇ ਤੌਰ 'ਤੇ ਉਸ ਕੰਮ ਦੇ ਨਾਲ ਸਰੋਕਾਰ ਨਹੀਂ ਹੁੰਦਾ, ਉਹ ਵੀ ਉਹਨਾਂ ਕੰਮਾਂ ਤੋਂ ਕੁਝ ਸਿੱਖਦੀਆਂ ਨੇ ਔਰ ਕੁਝ ਚੰਗਾ ਕਰਨ ਵੱਲ ਵੱਧਦੀਆਂ ਨੇ ਤਾਂ ਕਿ ਉਹਨਾਂ ਦੀਆਂ ਸੰਸਥਾਵਾਂ ਦਾ ਵੀ ਮਿਆਰ ਬਣਿਆ ਰਹੇ। ਮੈਂ ਅੱਜ ਇੱਕ ਗੱਲ ਕਰਨ ਜਾ ਰਿਹਾ ਤੁਹਾਡੇ ਨਾਲ। ਤਕਰੀਬਨ ਪੌਣੇ 2 ਸਾਲ ਪਹਿਲਾਂ ਇੱਕ ਘਟਨਾ ਵਾਪਰੀ ਸੀ ਜਿਹੜੀ ਸਿੱਖ ਕੌਮ ਦੀ ਵਿਰਾਸਤ ਨਾਲ ਜੁੜੀ ਸੀ ਅਤੇ ਉਹ ਘਟਨਾ ਤੋਂ ਤਕਰੀਬਨ 21 ਮਹੀਨਿਆਂ ਤੋਂ ਵੱਧ ਸਮਾਂ ਨਿਕਲ ਚੁੱਕਾ ਵਾ, ਪਰ ਲੱਗਦਾ ਕਿ ਕਿਤੇ ਨਾ ਕਿਤੇ ਸਾਡੀ ਜ਼ਿੰਮੇਵਾਰ ਸੰਸਥਾ ਨੇ ਉਸ ਘਟਨਾ ਦੇ ਨਾਲ ਜੁੜੇ ਸਾਰੇ ਪਹਿਲੂਆਂ ਅਤੇ ਉਹ ਘਟਨਾ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਵਾ। ਨਾ ਤਾਂ ਹੁਣ ਤੱਕ ਕਿਸੇ ਦੋਸ਼ੀ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋਣ ਦਾ ਸਮਾਚਾਰ ਪ੍ਰਾਪਤ ਆ ਅਤੇ ਨਾ ਹੀ ਉਹਦੇ 'ਤੇ ਕੋਈ ਪਹਿਲ ਕਦਮੀ ਕੀਤੀ ਗਈ ਆ ਕਿ ਜਿਹੜੀ ਗਲਤੀ ਹੋਈ ਸੀ ਉਹਨੂੰ ਕਿਵੇਂ ਸੁਧਾਰਿਆ ਜਾ ਸਕੇ। ਤੁਸੀਂ ਸੋਚ ਰਹੇ ਹੋਗੇ ਕਿ ਮੈਂ ਕਿਹੜੀ ਵਿਰਾਸਤ ਦੀ ਗੱਲ ਤੁਹਾਡੇ ਨਾਲ ਕਰੀ ਜਾ ਰਿਹਾ ਵਾਂ ਜਾਂ ਕਿਹੜੀ ਵਿਰਾਸਤ ਦੀ ਗੱਲ ਤੁਹਾਡੇ ਨਾਲ ਕਰਾਂਗਾ। ਇੱਕ ਵਾਰੀ ਆਪਣੇ ਜ਼ਿਹਨ ਦੇ ਵਿੱਚ ਜੋ ਕੁਝ ਵੀ ਤੁਹਾਡੇ ਆ ਰਿਹਾ ਉਹਦੀ ਫਿਲਮ ਨੂੰ ਘੁਮਾ ਕੇ ਦੇਖੋ ਅਤੇ ਤਕਰੀਬਨ ਮਾਰਚ 2019 ਦੇ ਲਾਗੇ ਛਾਗੇ ਜਾਓ। ਤੁਹਾਡੇ 'ਚੋਂ ਬਹੁਤ ਸਾਰਿਆਂ ਨੂੰ ਇਹ ਸਮਝਾਉਣਾ ਸ਼ੁਰੂ ਹੋ ਗਿਆ ਹੋਵੇਗਾ ਕਿ ਉਹ ਕਿਹੜੀ ਵਿਰਾਸਤ ਨਾਲ ਜੁੜਿਆ ਮਸਲਾ ਸੀਗਾ ਜਿਹਦੀ ਆਪਾਂ ਅੱਜ ਗੱਲਬਾਤ ਕਰਾਂਗੇ। ਔਰ ਜੇ ਨਹੀਂ ਵੀ ਆਇਆ ਤਾਂ ਕੋਈ ਗੱਲ ਨਹੀਂ, ਕਿਉਂਕਿ ਮੈਨੂੰ ਪਤਾ ਤੁਸੀਂ ਆਪਣੇ ਮੈਮਰੀ ਦੇ ਜਿਹੜੇ ਫੋਲਡਰ ਨੂੰ ਉਥਲ ਪੁਥਲ ਕਰਕੇ ਦੇਖਿਆ ਵਾ ਔਰ ਉਹਦੇ 'ਚੋਂ ਬਹੁਤ ਸਾਰਿਆਂ ਦੇ ਮਨ ਦੇ ਵਿੱਚ ਉਹ ਘਟਨਾ ਆ ਗਈ ਆ। ਪਰ ਖੈਰ ਆਪਾਂ ਮੁੜਦੇ ਹਾਂ ਉਸ ਘਟਨਾ ਦੇ ਵੱਲ ਔਰ ਮੈਂ ਫਿਰ ਤੋਂ ਇੱਕ ਵਾਰੀ ਤੁਹਾਨੂੰ ਉਹ ਘਟਨਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਤੁਹਾਡੇ ਮਨ ਦੇ ਵਿੱਚ ਉਹ ਗੱਲ ਕਲੀਅਰ ਹੋ ਜਾਵੇ ਕਿ ਅਸੀਂ ਕਿਹੜੀ ਵਿਰਾਸਤੀ ਘਟਨਾ ਨਾਲ ਜੁੜੀ ਗੱਲ ਕਰਨ ਜਾ ਰਹੇ ਹਾਂ। ਤੁਹਾਨੂੰ ਯਾਦ ਹੋਵੇਗਾ ਤਰਨਤਾਰਨ ਦੇ ਵਿੱਚ 30 ਮਾਰਚ 2019 ਦੀ ਰਾਤ ਨੂੰ ਇੱਕ ਘਟਨਾ ਵਾਪਰੀ ਜਿਸ ਸਮੇਂ ਸ਼ਹਿਰ ਦੇ ਲੋਕ ਆਪਣੇ ਕੰਮਾਂ ਕਾਰਾਂ ਤੋਂ ਥੱਕੇ ਆਏ ਘਰਾਂ ਦੇ ਵਿੱਚ ਆਰਾਮ ਕਰ ਰਹੇ ਸੀਗੇ। ਅਚਾਨਕ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੀ ਵਰੋਸਾਈ ਨਗਰੀ ਦੇ ਵਿੱਚ ਸ਼ਾਂਤ ਵਾਤਾਵਰਨ ਨੂੰ ਭੰਗ ਕਰਦੇ ਵੱਡੇ ਵੱਡੇ ਵਿਦਾਨਾਂ, ਹਥੌੜਿਆਂ ਅਤੇ ਗਿਣਤੀਆਂ ਦੀ ਆਵਾਜ਼ ਸੁਣੀ ਤਾਂ ਉਹਨਾਂ ਦੀ ਇੱਕਦਮ ਅੱਖ ਖੁੱਲ੍ਹੀ। ਇਹ ਗੱਲ 30 ਮਾਰਚ 2019 ਦੀ ਆ ਜਦੋਂ ਇਹ ਅਭਾਗੀ ਘਟਨਾ ਵਾਪਰੀ। ਅੱਧੀ ਰਾਤ ਦੇ ਕਰੀਬ 500 ਤੋਂ ਵੱਧ ਜਾਂ ਘੱਟ 500 ਦੇ ਕਰੀਬ ਇੱਕ ਧਾੜਵੀਆਂ ਦੀ ਫੌਜ ਗੁਰੂ ਦਰਬਾਰ ਨੂੰ ਆਉਂਦੇ ਸ਼ਰਧਾਲੂਆਂ ਨੂੰ ਜੀ ਆਇਆਂ ਕਹਿਣ ਵਾਲੀ ਦਰਸ਼ਨੀ ਡਿਓੜੀ ਨੂੰ ਮਲੀਆ ਮੇਟ ਕਰਨ ਲਈ ਇੰਝ ਆਣ ਪਈ ਜਿਵੇਂ ਕਿਸੇ ਦੁਸ਼ਮਣ ਫੌਜ ਨੇ ਜਾਂ ਦੁਸ਼ਮਣ ਮੁਲਕ ਨੇ ਦੂਜੇ ਮੁਲਕ 'ਤੇ ਹਮਲਾ ਕਰ ਦਿੱਤਾ ਹੋਵੇ। ਜਿਵੇਂ ਹੀ
ਸ਼ਹਿਰ ਵਾਸੀਆਂ ਨੂੰ ਪਤਾ ਲੱਗਾ। ਉਹਨਾਂ ਨੇ ਇੱਕਦਮ ਇਕੱਠ ਕੀਤਾ। ਇਕੱਠ ਕਰਕੇ ਉਹਨਾਂ ਨੇ ਇਹ ਜਿਹੜੇ ਲੋਕ ਸੀ, ਕਹਿਣ ਨੂੰ ਤਾਂ ਕਾਰ ਸੇਵਾ ਵਾਲੇ ਬਾਬੇ ਸੀਗੇ, ਪਰ ਜੋ ਕੁਝ ਉਹਨਾਂ ਨੇ ਉੱਥੇ ਕੀਤਾ ਸੰਸਾਰ ਜਾਣਦਾ ਵਾ ਕਿ ਬਹੁਤ ਸਾਰੇ ਗੁਰੂ ਘਰ ਦੇ ਪ੍ਰੇਮੀਆਂ ਨੂੰ, ਜਿਹੜੇ ਇਹ ਵਿਰਾਸਤ ਨੂੰ ਢਾਉਣ ਤੋਂ ਰੋਕਣਾ ਚਾਹੁੰਦੇ ਸੀ, ਉਹਨਾਂ ਨੂੰ ਲਹੂ ਲੁਹਾਨ ਵੀ ਕਰ ਦਿੱਤਾ। ਔਰ ਉਹਨਾਂ ਨੇ ਉਹਨਾਂ ਨਾਲ ਵਿਹਾਰ ਇੰਝ ਕੀਤਾ ਕਿ ਜਿਵੇਂ ਉਹ ਕਿਸੇ ਦੁਸ਼ਮਣ ਫੌਜ ਦੇ ਵਿਅਕਤੀਆਂ ਨਾਲ ਕਰ ਰਹੇ ਹੋਣ। ਉਸ ਤੋਂ ਬਾਅਦ ਤਰਨਤਾਰਨ ਵਾਸੀਆਂ ਨੂੰ ਇਹ ਸਿਹਰਾ ਜਾਂਦਾ ਕਿ ਉਹਨਾਂ ਨੇ ਉਹਨਾਂ ਲੋਕਾਂ ਨੂੰ ਨਾਕਾਮਯਾਬ ਕਰ ਦਿੱਤਾ ਤੇ ਇਸ ਵਿਰਾਸਤ ਨੂੰ ਢਹਿਣ ਤੋਂ ਬਚਾ ਲਿਆ। ਤੇ ਰਾਤੋਂ ਰਾਤ ਉਹਨਾਂ ਨੇ ਵਿਸ਼ਵ ਭਰ ਦੇ ਵਿੱਚ ਵਸਦੇ ਜਿਹੜੇ ਲੋਕ ਸੀਗੇ ਉਹਨਾਂ ਤੱਕ ਇਹ ਖਬਰ ਪਹੁੰਚਾ ਦਿੱਤੀ ਕਿ ਕਿਵੇਂ ਕੌਮ ਦੀ ਇਸ ਇਤਿਹਾਸਿਕ ਵਿਰਾਸਤ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਕੀਤੀ ਜਾ ਰਹੀ ਸੀ। ਇੱਥੇ ਹੀ ਬਸ ਨਹੀਂ, ਉਹਨਾਂ ਨੇ ਇੱਕ ਹੋਰ ਬੜਾ ਵੱਡਾ ਕੰਮ ਕੀਤਾ ਕਿ ਉਹਨਾਂ ਨੇ ਦਰਸ਼ਨੀ ਡਿਓੜੀ ਨੂੰ ਢਾਉਣ ਦੇ ਪਿੱਛੇ ਹੋਰ ਵੀ ਜਿਹੜੇ ਲੋਕ ਸੀ ਉਹਨਾਂ ਨੂੰ ਵੀ ਸੰਸਾਰ ਦੇ ਸਿੱਖਾਂ, ਖਾਸ ਕਰਕੇ ਜੇ ਗੱਲ ਕਰੀਏ ਤਾਂ ਸੰਸਾਰ ਭਰ ਦੇ ਵਿੱਚ ਜਿੰਨੇ ਵੀ ਨਾਨਕ ਨਾਮ ਲੇਵਾ ਲੋਕ ਵਸਦੇ ਸੀ ਉਹਨਾਂ ਨੂੰ ਇਹ ਦੱਸ ਦਿੱਤਾ ਕਿ ਇਸ ਘਟਨਾ ਦੇ ਪਿੱਛੇ ਕਿਹੜੇ ਕਿਹੜੇ ਲੋਕ ਨੇ। ਔਰ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਇਹ ਪਹਿਲੀ ਵਾਰੀ ਨਹੀਂ, ਇਹ ਦੂਸਰੀ ਵਾਰੀ ਆ ਜਦੋਂ ਦਰਸ਼ਨੀ ਡਿਓੜੀ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਸਤੰਬਰ 2018 ਦੇ ਵਿੱਚ ਇਹੀ ਕਾਰ ਸੇਵਾ ਵਾਲੇ ਬਾਬੇ, ਜਿਨ੍ਹਾਂ ਨੇ ਉਸ ਸਮੇਂ ਦੇ ਐਗਜ਼ੈਕਟਿਵ ਮੈਂਬਰ ਗੁਰਬਚਨ ਸਿੰਘ ਕਰਮੂਵਾਲ ਤੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਖੁਸ਼ਵਿੰਦਰ ਸਿੰਘ ਭਾਟੀਆ ਨੂੰ ਨਾਲ ਲੈ ਕੇ ਨਾਕਾਮ ਕੋਸ਼ਿਸ਼ ਕੀਤੀ ਸੀ। ਉਸ ਟਾਈਮ 'ਤੇ ਵੀ ਸ਼ਹਿਰ ਵਾਸੀਆਂ ਨੇ ਇਹਦਾ ਵਿਰੋਧ ਕੀਤਾ ਤੇ ਫਿਰ ਇਹ ਫੈਸਲਾ ਹੋਇਆ ਕਿ ਇਹ ਦਰਸ਼ਨੀ ਡਿਓੜੀ ਨੂੰ ਹੁਣ ਢਾਇਆ ਨਹੀਂ ਜਾਊਗਾ। ਪਰ ਤੁਹਾਨੂੰ ਇਸ ਦਰਸ਼ਨੀ ਡਿਓੜੀ ਦਾ ਇਤਿਹਾਸ ਦੱਸਣਾ ਵੀ ਇੱਕ ਵਾਰੀ ਫਿਰ ਤੋਂ ਬਣਦਾ ਵਾ, ਕਿਉਂਕਿ ਤੁਹਾਡੇ 'ਚੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਵਾ ਕਿ ਇਹਦਾ ਇਤਿਹਾਸ ਕੀ ਆ। ਪਰ ਫਿਰ ਵੀ ਮੈਂ ਸਮਝਦਾ ਕਿ ਅੱਜ ਦੇ ਨਜ਼ਰੀਆ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਸਾਨੂੰ ਇਤਿਹਾਸ 'ਤੇ ਜਿਹੜੀ ਆ ਉੜਦੀ ਜੀ ਝਾਤ ਪਾ ਲੈਣੀ ਚਾਹੀਦੀ ਆ। ਇਹ ਦਰਸ਼ਨੀ ਡਿਓੜੀ ਦਾ ਇਤਿਹਾਸ 2 ਸਦੀਆਂ ਤੋਂ ਵੱਧ ਸਮੇਂ ਤੋਂ ਪੁਰਾਣਾ ਵਾ ਜਦੋਂ ਇਹਨੂੰ ਤਮੀਰ ਕੀਤਾ ਗਿਆ, ਪਰ ਜਿਹੜੀਆਂ ਇਹਦੀਆਂ ਇੱਟਾਂ ਵਾ ਉਹ 4 ਸਦੀਆਂ ਤੋਂ ਵੀ ਵੱਧ ਸਮਾਂ ਪੁਰਾਣੀਆਂ ਨੇ। ਤਰਨਤਾਰਨ ਸਾਹਿਬ ਦੀ ਉਸਾਰੀ ਚੱਲ ਰਹੀ ਸੀ। ਉਸਾਰੀ ਸਮੇਂ ਗੁਰੂ ਦੇ ਸਿੱਖਾਂ ਨੇ ਆਵੇ ਪਕਾਏ ਹੋਏ ਸੀ, ਇੱਟਾਂ ਬਣੀਆਂ ਹੋਈਆਂ ਸੀ ਔਰ ਉਹਨਾਂ ਇੱਟਾਂ ਨੂੰ ਨੂਰਦੀਨ ਦਾ ਪੁੱਤਰ ਅਮੀਰਦੀਨ ਆਪਣੀ ਹਕੂਮਤੀ ਜ਼ੋਰ ਦੇ ਨਾਲ ਤਰਨਤਾਰਨ ਤੋਂ ਚੁੱਕ ਕੇ ਨੂਰਦੀਨ ਪਿੰਡ ਝਬਾਲ ਨੂੰ ਜਦੋਂ ਜਾਂਦੇ ਆ ਤੇ ਤਰਨਤਾਰਨ ਤੇ ਝਬਾਲ ਦੇ ਵਿਚਾਲੇ ਨੂਰਦੀਨ ਪਿੰਡ ਆਉਂਦਾ ਵਾ। ਉੱਥੇ ਉਹਨੇ ਇੱਕ ਆਪਣੇ ਨਾਂ 'ਤੇ ਸਰਾਂ ਬਣਵਾ ਲਈ ਤੇ ਨਾਲ ਇਹ ਇੱਟਾਂ ਆਪਣੀ ਹਵੇਲੀ ਨੂੰ ਲਵਾ ਲਈਆਂ। ਪਰ ਜਦੋਂ ਸਿੱਖ ਰਾਜ ਆਇਆ, ਸਿੱਖ ਰਾਜ ਆਉਣ ਸਮੇਂ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਆ, ਉਹਨਾਂ ਨੇ ਆਪਣੇ ਵਾਰਸਾਂ ਦੀ ਇਹ ਨਿਸ਼ਾਨੀ ਸੀ ਇੱਟਾਂ, ਇਹਨਾਂ ਨੂੰ ਨੂਰਦੀ ਤੋਂ ਲਿਜਾ ਕੇ ਤਰਨਤਾਰਨ ਫਿਰ ਪਹੁੰਚਾ ਦਿੱਤਾ। ਤੇ ਉਸ ਸਮੇਂ ਜਿਹੜੇ ਮੋਤਬਰ ਸਿੱਖ ਸੀਗੇ, ਜਰਨੈਲ ਸੀਗੇ, ਉਹਨਾਂ ਨੇ ਰਲ ਮਿਲ ਕੇ ਇਹ ਸੋਚਿਆ ਕਿ ਹੁਣ ਇਹਨਾਂ ਇੱਟਾਂ ਨਾਲ ਕੀ ਕੀਤਾ ਜਾਵੇ ਜਿਹੜੀ ਸਾਡੀ ਵਿਰਾਸਤੀ ਨਿਸ਼ਾਨੀ ਸੀ। ਤੇ ਉਸ ਸਮੇਂ ਕੰਵਰ ਨੌ ਨਿਹਾਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਕਿ ਇਹਨਾਂ ਇੱਟਾਂ ਦੇ ਨਾਲ ਇੱਕ ਦਰਸ਼ਨੀ ਡਿਓੜੀ ਬਣਾ ਦਿੱਤੀ ਜਾਵੇ। ਇਹ ਦਰਸ਼ਨੀ ਡਿਓੜੀ ਜਿਹੜੀ ਗੁਰੂ ਦਰਬਾਰ ਨੂੰ ਆਉਣ ਵਾਲੀਆਂ ਸੰਗਤਾਂ ਨੂੰ ਹਮੇਸ਼ਾ ਜੀ ਆਇਆ ਆਖੇਗੀ ਤੇ ਨਾਲ ਜ਼ਾਲਮਾਂ ਨੂੰ ਸੁਨੇਹਾ ਦੇਵੇਗੀ ਕਿ ਗੁਰੂ ਦੇ ਸਿੱਖ ਨਾ ਕਿਸੇ ਤੇ ਜ਼ੁਲਮ ਕਰਦੇ ਨੇ ਤੇ ਨਾ ਸਹਿੰਦੇ ਨੇ। ਜੇ ਜ਼ੁਲਮ ਕਰ ਦਿੰਦਾ ਕੋਈ ਤੇ ਜਦੋਂ ਗੁਰੂ ਦੇ ਸਿੱਖਾਂ ਦਾ ਸਮਾਂ ਆਉਂਦਾ ਵਾ ਉਹ ਜ਼ਰੂਰ ਇਨਸਾਫ ਲੈਂਦੇ ਨੇ। ਔਰ ਇਸ ਕਰਕੇ ਫੈਸਲਾ ਹੋਇਆ ਕਿ ਇੱਕ ਸ਼ਾਨਦਾਰ ਦਰਸ਼ਨੀ ਡਿਓੜੀ ਜਿਹੜੀ ਆ ਉਹ ਗੁਰੂ ਦਰਬਾਰ ਦੇ ਬਾਹਰ ਬਣਾ ਦਿੱਤੀ ਜਾਵੇ। ਔਰ ਜਦੋਂ ਮਾਰਚ 30 2019 ਵਾਲੀ ਘਟਨਾ ਵਾਪਰਦੀ ਆ, ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ 21ਵੀਂ ਸਦੀ ਦੇ ਨੂਰਦੀਨ ਫਿਰ ਇੱਕ ਵਾਰੀ ਘੁੰਮਣ ਲੱਗੇ ਤੇ ਇਹਨਾਂ ਨੂਰਦੀਨਾਂ ਨੂੰ ਯਾਦ ਕਰਦਿਆਂ ਬਹੁਤ ਸਾਰੇ ਸਿੱਖ, ਬਹੁਤ ਸਾਰੇ ਬੁੱਧੀਜੀਵੀ, ਚਿੰਤਕ ਤੇ ਜਿਹੜੇ ਗੁਰੂ ਸਾਹਿਬ ਦੀਆਂ ਪੁਰਾਤਨ ਨਿਸ਼ਾਨੀਆਂ ਨੂੰ ਪਿਆਰ ਕਰਨ ਵਾਲੇ ਆ, ਉਹਨਾਂ ਦੇ ਦਿਮਾਗ ਦੇ ਵਿੱਚ ਬੇਬੇ ਨਾਨਕੀ ਦਾ ਘਰ, ਅਨੰਦਪੁਰ ਸਾਹਿਬ ਦੇ ਕਿਲ੍ਹੇ, ਸਰਹੰਦ ਦੀ ਦੀਵਾਰ, ਕੱਚੀ ਗੜੀ, ਠੰਡਾ ਬੁਰਜ ਸਮੇਤ ਸੈਂਕੜੇ ਵਿਰਾਸਤਾਂ ਦੀ ਤਬਾਹੀ ਕੀਤੀ ਦੀ ਇੱਕ ਵਾਰੀ ਫੇਰ ਫਿਲਮ ਘੁੰਮ ਗਈ।
ਤੇ ਲੋਕਾਂ ਨੇ ਜਦੋਂ ਇਤਿਹਾਸ ਦੇ ਪੰਨੇ ਫਰੋਲੇ ਤੇ ਇਹਨਾਂ ਲੋਕਾਂ ਨੂੰ ਇੱਕ ਵਾਰੀ ਫੇਰ ਉਸ ਨੂਰਦੀਨ ਦੇ ਵਾਰਸ ਕਹਿ ਕੇ ਸੰਬੋਧਨ ਕੀਤਾ ਤਾਂ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੱਥਾਂ ਪੈਰਾਂ ਦੀ ਪੈਣ ਲੱਗੀ ਤੇ ਅਖੀਰ ਆਪਣਾ ਚੰਮ ਬਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ। ਉਸ ਜਾਂਚ ਕਮੇਟੀ ਦੇ ਵਿੱਚ 2 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਲਾਏ ਗਏ, ਜਿਨ੍ਹਾਂ ਦੇ ਵਿੱਚ ਸਰਦਾਰ ਸਿਆਲਕਾ ਸਾਹਿਬ ਤੇ ਭਾਈ ਰਾਮ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਮੈਂਬਰ ਤੇ 2 ਦੂਜੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸੀ, ਸਰਦਾਰ ਗੁਰਮੀਤ ਸਿੰਘ ਤੇ ਸਰਦਾਰ ਹਰਜੀਤ ਸਿੰਘ ਲਾਲੂ ਘੁੰਮਣ। ਔਰ ਇਸ 4 ਮੈਂਬਰੀ ਕਮੇਟੀ ਨੇ 5 ਅਪ੍ਰੈਲ 2019 ਨੂੰ ਤਕਰੀਬਨ ਇਹ ਘਟਨਾ ਵਾਪਰਨ ਤੋਂ 1.5 ਮਹੀਨੇ ਦੇ ਬਾਅਦ ਇੱਕ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਤਤਕਾਲੀ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪ ਦਿੱਤੀ। ਨਾਲ ਹੀ ਉਹਨਾਂ ਨੇ ਇਹ ਦੱਸਿਆ ਕਿ ਇਹ ਦਰਸ਼ਨੀ ਡਿਓੜੀ ਨੂੰ ਢਾਉਣ ਲਈ ਬਾਬਾ ਜਗਤਾਰ ਸਿੰਘ ਤੇ ਉਹਨਾਂ ਦੇ ਨਾਲ ਜਿਹੜੇ ਉਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਚਾਰਜ ਸੀਗੇ ਤਰਨਤਾਰਨ ਪ੍ਰਤਾਪ ਸਿੰਘ, ਉਹਨਾਂ ਨੇ ਜ਼ਿੰਮੇਵਾਰ ਠਹਿਰਾਇਆ ਕਿ ਬਿਨਾਂ ਕਿਸੇ ਮਨਜ਼ੂਰੀ ਦੇ ਬਿਨਾਂ ਕਿਸੇ ਜਾਣਕਾਰੀ ਦੇ ਉਹਨਾਂ ਨੇ ਸਿੱਖ ਵਿਰਾਸਤ ਦੀ ਇੱਕ ਇਤਿਹਾਸਕ ਇਮਾਰਤ ਨੂੰ ਢਾਉਣ ਦਾ ਜੋ ਕੁਕਰਮ ਕੀਤਾ ਵਾ ਉਹਦੇ ਲਈ ਉਹ ਦੋਸ਼ੀ ਨੇ। ਔਰ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਸਾਹਿਬ ਨੂੰ ਸਿਫਾਰਿਸ਼ ਕੀਤੀ ਕਿ ਇਹਨਾਂ ਤੇ ਅਗਲੇਰੀ ਕਾਰਵਾਈ ਕੀਤੀ ਜਾਵੇ। ਅਗਲੇਰੀ ਕਾਰਵਾਈ ਦੇ ਵਿੱਚ ਇੱਕ ਤਾਂ FIR ਕਰਾਉਣਾ ਬਣਦਾ ਸੀ, ਉਹ ਅੱਜ ਤੱਕ ਨਹੀਂ ਹੋਇਆ। FIR ਤੋਂ ਬਾਅਦ ਕਾਨੂੰਨੀ ਕਾਰਵਾਈ ਸੀ, ਕਿਉਂਕਿ ਇੱਕ ਇਤਿਹਾਸਕ ਵਿਰਾਸਤ ਨੂੰ ਕਤਲ ਕੀਤਾ ਜਾ ਰਿਹਾ ਸੀ ਔਰ ਉਹ ਵੀ ਕਿਸੇ ਨੇ ਨਹੀਂ ਕੀਤਾ। ਅੱਜ ਤੱਕ ਮੇਰੇ ਨੌਲੇਜ ਤੱਕ ਕੋਈ ਇਹੋ ਜਿਹੀ ਖਬਰ ਨਹੀਂ ਆਈ ਕਿ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੋਵੇ ਜਾਂ ਕੋਈ ਫੌਜਦਾਰੀ ਕਾਰਵਾਈ ਕੀਤੀ ਗਈ ਹੋਵੇ। ਪਰ ਨਾਲ ਹੀ ਇਸ 4 ਮੈਂਬਰੀ ਕਮੇਟੀ ਨੇ ਇੱਕ ਫੈਸਲਾ ਕੀਤਾ ਸੀ ਕਿ ਬਾਬਾ ਜਗਤਾਰ ਸਿੰਘ ਜਿਹੜੇ ਕਾਰ ਸੇਵਾ ਕਰਵਾਉਣ ਦੇ ਨਾਂ 'ਤੇ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਨੂੰ ਪਹਿਲਾਂ ਹੀ ਢਾਹ ਚੁੱਕੇ ਨੇ, ਉਹਨਾਂ ਤੋਂ ਅਗਲੇਰੀਆਂ ਤੇ ਜਿਹੜੀਆਂ ਚੱਲ ਰਹੀਆਂ ਨੇ ਕਾਰ ਸੇਵਾਵਾਂ ਉਹ ਵਾਪਸ ਲੈ ਲਈਆਂ ਜਾਣ ਤੇ ਜਿੱਥੇ ਜਿੱਥੇ ਵੀ ਉਹਨਾਂ ਦੀਆਂ ਗੋਲਕਾਂ ਪਈਆਂ ਨੇ ਉਹ ਚੁਕਵਾ ਦਿੱਤੀਆਂ ਜਾਣ। ਪਰ ਕੁਝ ਮਹੀਨੇ ਬਾਅਦ ਬਾਬਾ ਜਗਤਾਰ ਸਿੰਘ ਦੀਆਂ ਜਿਹੜੀਆਂ ਸੇਵਾਵਾਂ ਵਾ ਉਹ ਵੀ ਜਾਣਕਾਰੀ ਮਿਲੀ ਆ ਕਿ ਉਸੇ ਤਰ੍ਹਾਂ ਚੱਲ ਰਹੀਆਂ ਨੇ ਤੇ ਉਹਨਾਂ ਦੀਆਂ ਵੱਖ-ਵੱਖ ਜਗ੍ਹਾ 'ਤੇ ਜਿੱਥੇ ਕਾਰ ਸੇਵਾਵਾਂ ਚੱਲਦੀਆਂ ਨੇ ਗੋਲਕਾਂ ਵੀ ਉਂਝ ਦੀਆਂ ਉਂਝ ਹੀ ਪਈਆਂ ਨੇ। ਔਰ ਉਸ ਸਮੇਂ ਜਦੋਂ ਇਹ ਸਾਰੀ ਗੱਲਬਾਤ ਬਾਹਰ ਆਈ ਤੇ ਸਤੰਬਰ 2018 ਤੋਂ ਬਾਅਦ ਇਹ ਗੱਲ ਆਈ ਕਿ ਸ਼੍ਰੋਮਣੀ ਕਮੇਟੀ ਨੇ ਕਦੀ ਵੀ ਕੋਈ ਇਹੋ ਜਿਹਾ ਮਤਾ ਪਾ ਕੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਨਹੀਂ ਇਸ ਨੂੰ ਢਾਉਣ ਦੀ ਇਜਾਜ਼ਤ ਦਿੱਤੀ ਜਾਂ ਉਹਨਾਂ ਨੇ ਇਹਦੀ ਤਮੀਰ ਕਰਾਉਣ ਦੀ ਜਾਂ ਇਹਨੂੰ ਦੁਬਾਰਾ ਬਣਵਾਉਣ ਦੀ ਕੋਈ ਗੱਲ ਨਹੀਂ ਕਹੀ। ਇਹ ਗੱਲ ਉਸ ਸਮੇਂ ਜਦੋਂ ਲੋਕਾਂ ਦਾ ਵਿਸ਼ਵ ਭਰ ਦੇ ਵਿੱਚੋਂ ਪ੍ਰੈਸ਼ਰ ਬਣਿਆ ਤਾਂ ਕਾਰ ਸੇਵਾ ਵਾਲੇ ਬਾਬਿਆਂ ਨੇ ਵੀ ਮੰਨਿਆ, ਪਰ ਉਹਨਾਂ ਨੇ ਇੱਕ ਪੁਰਾਣਾ ਮਤਾ ਜ਼ਰੂਰ ਦਿਖਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮਤਾ ਪਾਇਆ ਸੀ ਜਿਹਦੇ ਤਹਿਤ ਉਹ ਇਹ ਕੰਮ ਕਰਨ ਜਾ ਰਿਹਾ ਸੀ। ਪਰ ਉਸ ਸਮੇਂ ਸੋਸ਼ਲ ਮੀਡੀਆ 'ਤੇ ਇੱਕ ਵੱਡਾ ਹੜ੍ਹ ਆ ਗਿਆ। ਮੀਡੀਆ ਦੇ ਵਿੱਚ ਖਬਰਾਂ ਲੱਗੀਆਂ, ਅਖਬਾਰਾਂ 'ਚ ਛਪੀਆਂ ਔਰ TV ਦੇ ਉੱਪਰ ਬਹੁਤ ਸਾਰੀਆਂ ਖਬਰਾਂ ਚੱਲੀਆਂ ਤੇ ਨਾਲ ਦੀ ਨਾਲ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡਾ ਹੜਕੰਪ ਵਾਂਗ ਮਚ ਗਿਆ ਕਿ ਇਹ ਜਿਹੜੀ ਇਤਿਹਾਸਕ ਬਿਲਡਿੰਗ ਨੂੰ ਕਤਲ ਕਰਨ ਦੀ ਕਾਰਵਾਈ ਆ ਇਹਦੀ ਜਿਹੜੀ ਚਿਰੋਕਣੀ ਹਰ ਪਾਸਿਓਂ ਨਿੰਦਾ ਕੀਤੀ ਗਈ। ਔਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਕਈ ਕੁਝ ਕਿਹਾ, ਪਰ ਅੱਜ 21 ਮਹੀਨਿਆਂ ਤੋਂ ਵੱਧ ਸਮਾਂ ਬੀਤ ਗਿਆ ਵਾ। ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਗੱਲਬਾਤ ਕਰ ਰਹੇ ਸੀ, ਜਿਹੜੀਆਂ ਖਬਰਾਂ ਸੀ ਜਾਂ ਸ਼੍ਰੋਮਣੀ ਕਮੇਟੀ ਦੇ ਕੁਝ ਲੋਕ ਜਿਹੜੀ ਗੱਲ ਕਰਦੇ ਸੀ ਕਿ ਇਹਦੀ ਤਮੀਰ ਜਿਹੜੀ ਇਹਦੀ ਮੁਰੰਮਤ ਕਰਵਾਈ ਜਾਊਗੀ, ਉਹ ਲੱਗਦਾ ਕਿ ਸਾਰਾ ਕੁਝ ਸ਼ਾਂਤ ਹੋ ਗਿਆ। ਇਸ ਵੇਲੇ ਸਾਰੇ ਪਾਸੇ ਚੁੱਪ ਆ। ਇਸ ਮਸਲੇ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਜਾ ਰਿਹਾ ਔਰ ਸਿਰ ਤੋਂ ਲੁੰਡੀ ਕਰ ਦਿੱਤੀ ਗਈ ਉਹ ਇਤਿਹਾਸਕ ਇਮਾਰਤ ਅੱਜ ਕਿਤੇ ਨਾ ਕਿਤੇ ਲੱਗਦਾ ਕਿ ਇਹ ਗੱਲ ਕਹਿ ਰਹੀ ਹੋਵੇ, ਉਹਦੀਆਂ ਇੱਟਾਂ ਆਪਸ ਦੇ ਵਿੱਚ ਗੱਲ ਕਰ ਰਹੀਆਂ ਹੋਣ ਕਿ ਕਦੋਂ ਕੋਈ ਕੰਵਰ ਨਿਹਾਲ ਸਿੰਘ ਆਵੇਗਾ, ਕਦੋਂ ਕੋਈ ਸਰਦਾਰ ਜੱਸਾ ਸਿੰਘ ਰਾਮਗੜੀਆ, ਕਦੋਂ ਕੋਈ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਆ ਆਵੇਗਾ ਤੇ ਫਿਰ ਤੋਂ ਸਾਡੇ ਵੱਲ ਧਿਆਨ ਦੇਵੇਗਾ ਤੇ ਜਿਹੜੀਆਂ ਇਹ ਗੁਰੂ ਸਾਹਿਬ ਦੀ ਨਗਰੀ ਨਾਲ
ਇਤਿਹਾਸਕ ਪਿਛੋਕੜ ਰੱਖਣ ਵਾਲੀਆਂ ਇੱਟਾਂ ਵਾ, ਇਹਨਾਂ ਨੂੰ ਫਿਰ ਤੋਂ ਉਸੇ ਤਰ੍ਹਾਂ ਲਾ ਕੇ ਤੇ ਦਰਸ਼ਨੀ ਡਿਓੜੀ ਜਿਹੜੀ 2 ਸਦੀਆਂ ਤੋਂ ਵੱਧ ਸੰਗਤਾਂ ਦਾ ਧੰਨਵਾਦ ਕਰਦੀ ਆ ਰਹੀ ਆ, ਗੁਰੂ ਦਰਬਾਰ ਦੇ ਬਾਹਰ ਇੱਕ ਪੁਰਾਤਨ ਜਿਹੜੀ ਨਿਰਮਾਣਕਾਰੀ ਆ ਉਹਦਾ ਨਮੂਨਾ ਪੇਸ਼ ਕਰਦੀ ਆ। ਉਹ ਬਿਲਡਿੰਗ ਨੂੰ ਫਿਰ ਤੋਂ ਮੁਰੰਮਤ ਕਰਵਾਵੇਗਾ। ਉਹ ਇੱਟਾਂ ਤਾਂ ਸੋਚ ਹੀ ਰਹੀਆਂ ਵਾ, ਪਰ ਕਿਤੇ ਨਾ ਕਿਤੇ ਲੱਗਦਾ ਵਾ ਕਿ ਸੰਗਤ ਵੀ ਸੌਂ ਗਈ ਆ। ਇੱਟਾਂ ਤਾਂ ਸੋਚ ਰਹੀਆਂ ਨੇ ਲੇਕਿਨ ਸੰਗਤ ਸੌਂ ਗਈ ਆ। ਸਿਰ ਤੋਂ ਲੁੰਡੀ ਹੋਈ ਜਿਹੜੀ ਦਰਸ਼ਨੀ ਡਿਓੜੀ ਆ, ਰੋਜ਼ਾਨਾ ਸੈਂਕੜੇ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਔਰ ਤਰਨਤਾਰਨ ਦੇ ਵਿੱਚ ਮੱਸਿਆ ਲੱਗਦੀ ਆ। ਮੱਸਿਆ 'ਤੇ ਉੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਵਾ। ਲੋਕ ਆਉਂਦੇ ਨੇ, ਵੇਖ ਕੇ ਚਲੇ ਜਾਂਦੇ ਨੇ, ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਅਫਸੋਸ ਹੁੰਦਾ ਕਿ ਪੌਣੇ 2 ਸਾਲ ਬੀਤਣ ਤੋਂ ਬਾਅਦ ਅਸੀਂ ਅੱਜ ਵੀ ਸੁੱਤੇ ਹੋਏ ਹਾਂ। ਸਾਨੂੰ ਆਪਣੀ ਵਿਰਾਸਤ ਦੇ ਨਾਲ ਕੋਈ ਲੈਣ ਦੇਣ ਨਹੀਂ ਗਾ। ਜਿਹੜੀਆਂ ਸਾਡੀਆਂ ਜ਼ਿੰਮੇਵਾਰ ਕਮੇਟੀਆਂ, ਉਹਦੇ ਬਾਰੇ ਇੱਕ ਧਾਰਨਾ ਤਾਂ ਬਣ ਚੁੱਕੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪਹਿਲਾਂ ਹੀ ਗੂੜੀ ਨੀਂਦ ਸੁੱਤੀ ਹੋਈ ਆ, ਪਰ ਅਫਸੋਸ ਹੁੰਦਾ ਕਿ ਆਮ ਸਿੱਖ ਵੀ ਸੌਂ ਗਿਆ ਵਾ। ਕੰਵਰ ਨੌਨਿਹਾਲ ਸਿੰਘ ਦਾ ਵਾਰਸ, ਜੱਸਾ ਸਿੰਘ ਰਾਮਗੜੀਆ ਦੇ ਪੈਰੋਕਾਰ, ਸਰਦਾਰ ਬੁੱਧ ਸਿੰਘ ਫਾਜ਼ਿਲਪੁਰੀਆ ਦੇ ਪੈਰੋਕਾਰ ਤੇ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਮੰਨਣ ਵਾਲੇ ਲੋਕ ਵੀ ਸੌਂ ਗਏ ਨੇ। ਇਹ ਕੁਝ ਵੇਖ ਕੇ ਮਨ ਦੇ ਵਿੱਚ ਬੜੀ ਉਦਾਸੀ ਵੀ ਆਉਂਦੀ ਆ, ਅਫਸੋਸ ਵੀ ਹੁੰਦਾ ਵਾ, ਪਰ ਕਿਤੇ ਨਾ ਕਿਤੇ ਕਾਲ ਪੁਰਖ ਵੱਲ ਜਦੋਂ ਨਿਗਾਹ ਕਰਦੇ ਆ, ਅਰਦਾਸ ਕਰਦੇ ਆ, ਤੇ ਇੱਕ ਆਸ ਜਾਗਦੀ ਆ ਕਿ ਜ਼ਰੂਰ ਇਹਦੇ 'ਤੇ ਜਲਦੀ ਹੀ ਕੋਈ ਫੈਸਲਾ ਲਿਆ ਜਾਊਗਾ ਔਰ ਇਹ ਜਿਹੜੀ ਵਿਰਾਸਤ ਢਹਿ ਢੇਰੀ ਕਰ ਦਿੱਤੀ ਗਈ ਸੀ, ਉਤੋਂ ਗੁੰਬਦ ਤੋੜ ਦਿੱਤੇ ਗਿਆ ਸੀ, ਉਹਨੂੰ ਉਸੇ ਤਰ੍ਹਾਂ ਫਿਰ ਤੋਂ ਇਨ ਬਿਨ ਬਣਵਾ ਕੇ ਤੇ ਕੌਮ ਦੇ ਸਨਮੁਖ ਕੀਤਾ ਜਾਊਗਾ ਔਰ ਕੌਮ ਨੂੰ ਇਹ ਵੀ ਦੱਸਿਆ ਜਾਊਗਾ ਕਿ ਜੇ ਪਿੱਛੇ ਕੁਝ ਗਲਤੀਆਂ ਹੋਈਆਂ ਤੇ ਅੱਗੇ ਤੋਂ ਅਜਿਹੀਆਂ ਗਲਤੀਆਂ ਤੋਂ ਜਿਹੜਾ ਗੁਰੇਜ਼ ਕੀਤਾ ਜਾਊਗਾ, ਇਹਨਾਂ ਗਲਤੀਆਂ ਤੋਂ ਸਬਕ ਸਿੱਖਿਆ ਜਾਊਗਾ। ਹੁਣ ਆਮ ਜਦੋਂ ਮਨ ਦੇ ਵਿੱਚ ਸੋਚਦੇ ਆ, ਮੇਰਾ ਨਜ਼ਰੀਆ ਵਾ, ਤੁਹਾਡਾ ਨਜ਼ਰੀਆ ਕੀ ਹੋਊਗਾ ਇਹ ਮੈਨੂੰ ਨਹੀਂ ਪਤਾ। ਮੇਰਾ ਨਜ਼ਰੀਆ ਇਹ ਆ ਕਿ ਹੁਣ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਾਰਜਕਾਰਨੀ ਵੀ ਆ ਗਈ ਆ ਔਰ ਨਵੇਂ ਪ੍ਰਧਾਨ ਸਾਹਿਬਾ ਵੀ ਆ ਗਏ ਨੇ। ਉਹਨਾਂ ਦਾ ਕੀ ਨਜ਼ਰੀਆ, ਕੀ ਸੋਚ ਆ ਪੁਰਾਤਨ ਵਿਰਾਸਤੀ ਇਤਿਹਾਸਕ ਇਮਾਰਤਾਂ ਦੇ ਬਾਰੇ, ਇਹਦੇ ਬਾਰੇ ਤਾਂ ਮੈਂ ਕੁਛ ਨਹੀਂ ਕਹਿ ਸਕਦਾ, ਪਰ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ ਉਹ ਜ਼ਰੂਰ ਇਸ ਮਸਲੇ ਵੱਲ ਧਿਆਨ ਦੇਣਗੇ ਔਰ ਮੈਂ ਅਰਦਾਸ ਵੀ ਕਰਦਾ ਅਕਾਲ ਪੁਰਖ ਵਾਹਿਗੁਰੂ ਅੱਗੇ ਕਿ ਉਹ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ੇ ਤੇ ਜਿਹੜਾ ਸਾਡਾ ਪਿਛੋਕੜ ਆ, ਜਿਹੜੀ ਸਾਡੀ ਵਿਰਾਸਤ ਹੈ, ਉਹਦੇ ਪ੍ਰਤੀ ਅਸੀਂ ਥੋੜ੍ਹੇ ਜਿਹੇ ਸੰਜੀਦਾ ਹੋਈਏ ਤਾਂ ਕਿ ਅਸੀਂ ਆਪਣੀਆਂ ਵਿਰਾਸਤਾਂ ਨੂੰ ਸਾਂਭ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕੀਏ ਕਿ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡ ਵਡੇਰਿਆਂ ਨੇ, ਸਾਡੇ ਗੁਰੂਆਂ ਨੇ ਕੀ ਕੀਤਾ ਮਨੁੱਖਤਾ ਦੇ ਲਈ ਔਰ ਕਿਵੇਂ ਉਹਨਾਂ ਨੇ ਇੱਕ ਚੰਗਾ ਸਮਾਜ ਸਿਰਜਣ ਲਈ ਰੋਲ ਅਦਾ ਕੀਤਾ, ਕਿਵੇਂ ਉਹਨਾਂ ਨੇ ਚੰਗਾ ਸਮਾਜ ਸਿਰਜਣ ਲਈ ਵੱਖ-ਵੱਖ ਸ਼ਹਿਰ ਵਸਾਏ, ਸ਼ਹਿਰਾਂ ਦੇ ਵਿੱਚ ਉਹਨਾਂ ਨੇ ਇਹੋ ਜਿਹਾ ਪ੍ਰਬੰਧ ਕਰਕੇ ਦਿੱਤਾ ਕਿ ਉਸ ਸਮੇਂ ਦਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਕਾਬਲ ਤੇ ਉੱਚ ਦਰਜੇ ਦਾ ਪ੍ਰਬੰਧ ਸੀਗਾ, ਜਿਹੜਾ ਅੱਜ ਵੀ ਸਾਡੇ ਜੀਵਨ ਦੇ ਉੱਤੇ ਉਸੇ ਤਰ੍ਹਾਂ ਸਾਰਥਕ ਆ। ਮੈਂ ਅਰਦਾਸ ਕਰਦਾ ਵਾਂ ਕਿ ਵਾਹਿਗੁਰੂ ਅਕਾਲ ਪੁਰਖ ਸਾਨੂੰ ਸਮੱਤ ਬਖਸ਼ਣ ਤੇ ਅਸੀਂ ਆਪਣੀ ਵਿਰਾਸਤ ਪ੍ਰਤੀ ਸੰਜੀਦਾ ਹੋਈਏ ਤੇ ਨਾਲ ਹੀ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਪ੍ਰਧਾਨ ਤੇ ਨਵੀਂ ਕਾਰਜਕਾਰਨੀ ਜਿਹੜਾ ਇਹ ਠੰਡੇ ਬਸਤੇ ਦੇ ਵਿੱਚ ਮਸਲਾ ਪਾਇਆ ਹੋਇਆ 21-22 ਮਹੀਨਿਆਂ ਤੋਂ, ਇਹਦੇ ਵੱਲ ਪਹਿਲ ਕਦਮੀ ਕਰਨਗੇ ਔਰ ਜਿੱਥੇ ਅਸੀਂ ਸ਼ਤਾਬਦੀਆਂ ਮਨਾ ਰਹੇ ਹਾਂ ਉੱਥੇ ਕੌਮ ਨੂੰ ਇਹ ਦੱਸਣਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁੱਤੀ ਨਹੀਂ, ਜਾਗਦੀ ਆ ਔਰ ਜਾਗਦੇ ਹੋਣ ਦਾ ਸਬੂਤ ਤਾਂ ਹੀ ਹੋਵੇਗਾ ਜੇਕਰ ਇਹਨਾਂ ਵਿਰਾਸਤਾਂ ਵੱਲ ਸੰਜੀਦਗੀ ਦੇ ਨਾਲ ਧਿਆਨ ਦਿੱਤਾ ਜਾਊਗਾ ਔਰ ਪਹਿਲ ਕਦਮੀ ਕੀਤੀ ਜਾਊਗੀ। ਇੰਨੀਆਂ ਗੱਲਾਂ ਦੇ ਨਾਲ ਅੱਜ ਦੇ ਨਜ਼ਰੀਆ ਪ੍ਰੋਗਰਾਮ ਦੇ ਵਿੱਚ ਸਮਾਪਤੀ ਆ। ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਬਹੁਤ ਜਲਦ ਅਗਲਾ ਨਜ਼ਰੀਆ ਲੈ ਕੇ ਤੁਹਾਡੇ ਸਨਮੁਖ ਹੋਵਾਂਗੇ ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਊਗੀ ਔਰ ਵਾਕਿਆ ਹੀ ਤੁਹਾਡੇ ਮਨ ਦੇ ਵਿੱਚ ਇਹ ਗੱਲ ਗਈ ਹੋਊਗੀ ਕਿ ਸਾਡਾ ਵਿਰਾਸਤਾਂ ਪ੍ਰਤੀ ਜੋ ਫਰਜ਼ ਆ ਉਹਨੂੰ ਸਾਨੂੰ ਇੱਕ ਸਿੱਖ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਨਿਭਾਉਣਾ ਚਾਹੀਦਾ। ਧੰਨਵਾਦ, ਰੱਬ ਰੱਖਾ, ਸਤਿ ਸ੍ਰੀ ਅਕਾਲ। ਔਰ ਪ੍ਰੋਗਰਾਮ ਕਿਵੇਂ ਦਾ ਲੱਗਦਾ ਇਹ ਫੀਡਬੈਕ ਜ਼ਰੂਰ ਦੇ ਦਿਆ ਕਰੋ। ਸਾਡਾ ਫੇਸਬੁੱਕ ਪੇਜ ਉਹਨੂੰ ਤੁਸੀਂ ਲਾਈਕ ਕਰੋ ਔਰ ਸਾਡਾ YouTube ਚੈਨਲ ਉਹਨੂੰ ਵੀ ਸਬਸਕ੍ਰਾਈਬ ਕਰੋ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਗੱਲਬਾਤ ਲੈ ਕੇ ਆਉਣੇ ਆ ਤੇ ਉਹ ਇਮੀਡੀਏਟਲੀ ਤੁਹਾਡੇ ਤੱਕ ਪਹੁੰਚ ਸਕੇ।
ਧੰਨਵਾਦ। ਰੱਬ ਰੱਖਾ। ਸਤਿ ਸ੍ਰੀ ਅਕਾਲ।